बाप करे प्यार ते पाई बैरी, डर बाप दे थी पए संग दे सप वांगू हो उस दे कालजे पे डंग कोई बस ना चले जो कड छड़न दे मेणे रंग बरंग देनी वर्षाए कर्ज है बहुत प्यारी और साक नसैन अंग देनी तकदीर से ती मौजू फौत होया भाई तीदो दे नाल खेड़ दे नी खाए रज के कड रिकता तीदो छेड़ देनी नित सच रखा कलेजड़े दा गल्लां तिखियां नाल उछेड़ देनी पाइयां भाभी वैर दियां करन गल्लां हो झंझटां नित नवेड़ देनी
ਹਾਜ਼ਰ ਕਾਜ਼ੀ ਦੇ ਪੈਚ ਸਦਾ ਸਾਰੇ। ਓਏ ਹੋਏ ਹੋਏ, ਇਹ ਪਵਨ ਜੀ ਜਰਾ ਰੋਕ ਕੇ। ਅਸਲ ਦੇ ਵਿੱਚ ਤਾਂ ਇਹ ਵਾਰਿਸ ਸ਼ਾਹ ਦਾ 300 ਸਾਲਾ ਚੱਲ ਰਿਹਾ ਹੈ ਤੇ ਆਪਾਂ ਸ਼ੁਰੂ ਕੀਤਾ ਹੋਇਆ ਹੀਰ ਦਾ ਗਾਇਨ। ਜੀ ਹੀਰ ਦਾ ਗਾਇਨ ਜਿਹੜਾ ਆਪਾਂ ਸ਼ੁਰੂ ਕੀਤਾ ਉਹ ਇਸ ਕਰਕੇ ਕਿ ਇਸ ਕਥਾ ਦੇ ਵਿੱਚ ਪ੍ਰੇਮ ਕਥਾ ਨਹੀਂ, ਇਹ ਸਧਾਰਨ ਗੱਲ ਨਹੀਂ, ਇਹਦੇ ਵਿੱਚ ਤਾਂ ਅੱਜ ਵੀ ਸੱਚਾਈ ਛੁਪੀ ਹੋਈ ਹੈ। ਬਿਲਕੁਲ ਭਰਾਵਾਂ ਨਾਲ ਦਾ ਨਾਂ ਤੇ ਕੋਈ ਕਹਿ ਸਕਦੇ ਆ ਕਿ ਸਾਕ ਹੁੰਦਾ ਹੈ, ਉਹਨਾਂ ਨਾਲ ਦਾ ਨਾਂ ਤੇ ਭਾਈ ਮਾ ਕੇ ਵਾਹਾਂ ਹੁੰਦੇ ਆ, ਪਰ ਸ਼ਰੀਕੇਬਾਜ਼ੀ ਵੀ ਭਾਈਆਂ ਨਾਲ ਦੀ ਕਿਸੇ ਤੇ ਨਹੀਂ ਹੁੰਦੀ। ਤੇ ਜਦੋਂ ਪਿਤਾ ਮਰ ਜਾਂਦਾ ਨਾ, ਉਦੋਂ ਫਿਰ ਜਿਹੜਾ ਕੁਝ ਵਾਪਰਦਾ ਉਹ ਹਜੇ ਵੀ ਉਵੇਂ ਹੀ ਵਾਪਰਦਾ ਜਿਵੇਂ ਜਿਹੜਾ ਕਿਸਾਨੀ ਆ ਨਾ, ਜਿਹੜਾ ਪੇਂਡੂ ਕਿਸਾਨੀ ਹੈ ਜੱਟ ਭਾਈਚਾਰੇ ਦੇ ਵਿੱਚ ਹਜੇ ਵੀ ਉਵੇਂ ਹੀ ਵਾਪਰਦਾ ਹੈ ਕਿ ਜਦੋਂ ਪਿਓ ਫੌਤ ਹੋ ਜਾਂਦਾ। ਹੁਣ ਕਹਾਣੀ ਚੱਲ ਪਈ ਆ ਹੀਰ ਦੀ ਕਿ ਕਿਉਂਕਿ ਕਿੱਸਾ ਹੀਰ ਰਾਂਝਾ ਇਹ ਕਿ ਤੁਰ ਪਿਆ ਉਧਰੋਂ ਤੇ ਮਾ ਕੇ ਰਾਂਝੇ ਦਾ ਜਿਹੜਾ ਬਾਪ ਆ, ਧੀਦੋ ਰਾਂਝੇ ਦਾ ਬਾਪ ਆ, ਉਹ ਤੇ ਹੁਣ ਫੌਤ ਹੋ ਗਿਆ ਮੌਜੂ ਚੌਧਰੀ। ਤੇ ਹੁਣ ਭਰਾਵਾਂ ਨੇ ਅੱਗੇ ਕੀ ਕੀਤੀ ਆ ਪਵਨ ਜੀ, ਜਰਾ ਉਹ ਤੁਸੀਂ ਬੰਦ ਸੁਣਾਓ ਜੀ। ਹਾਜ਼ਰ ਕਾਜੀ ਦੇ ਪੈਚ ਸਦਾਏ ਸਾਰੇ। ਪਾਈਆਂ ਜ਼ਮੀਨ ਨੂੰ ਕੱਛ ਪਵਾਇਆ ਈ। ਵੱਡੀ ਦੇ ਕੇ ਜ਼ਮੀਨ ਲੈ ਗਏ ਚੰਗੀ। ਬੰਜਰ ਜ਼ਮੀਨ ਰੰਜਟੇ ਨੂੰ ਆਇਆ ਏ। ਕੱਛਾ ਮਾਰ ਸ਼ਰੀਕ ਮਜ਼ਾਕ ਕਰਦੇ ਹੋ। ਪਾਇਆ ਰਾਜੇ ਬਾਬ ਬਣਾਇਆ ਈ। ਗੱਲ ਪਾਬੀਆਂ ਏ ਬਣਾ ਛੱਡੀ ਹਏ। ਮਗਰ ਜੱਟ ਦੇ ਪਕੜੀ ਲਾਇਆ। ਮਗਰ ਜੱਟ ਦੇ ਪਕੜੀ ਲਾਇਆ। ਅਸਲ ਗੱਲ ਤਾਂ ਇਹ ਆ ਕਿ ਪੰਜਾਬ ਦੇ ਵਿੱਚ ਅਜੇ ਵੀ ਜਦੋਂ ਬਾਪ ਚਲਿਆ ਜਾਂਦਾ ਤੇ ਉਸ ਤੋਂ ਬਾਅਦ ਭਾਈਆਂ 'ਚ ਜਿਹੜੇ ਰਫੜ ਪੈਂਦੇ ਆ, ਜਿਹੜਾ ਕਮਜ਼ੋਰਾ ਹੁੰਦਾ ਉਹਨੂੰ ਜਿਵੇਂ ਦਬਾਉਂਦੇ ਆ। ਮੈਨੂੰ ਲੱਗਦਾ ਹੈ ਕਿ ਤੁਹਾਡੇ ਤੋਂ ਵੱਧ ਇਹਨੂੰ ਕੌਣ ਜਾਣਦਾ ਹੈ। ਅਸਲ ਗੱਲ ਤਾਂ ਇਹ ਆ ਕਿ ਇਹ ਜਿਹੜੀ ਸਾਰੀ ਕਹਾਣੀ ਆ ਉਹਦੇ ਵਿੱਚ ਕਈ ਵਾਰ ਸਾਨੂੰ ਇੱਕ ਸ਼ੱਕ ਪੈਂਦਾ ਕਿ ਸ਼ਾਇਦ ਇਹ ਰਿਸ਼ਵਤਖੋਰੀ ਇਹ ਵੱਡੀ ਕਿਤੇ ਅੱਜ ਦੀਆਂ ਹੀ ਗੱਲਾਂ ਨੇ। ਹੁਣ ਤੁਸੀਂ ਉੱਥੇ ਦੇਖੋ ਕਿ ਪੈਂਚ ਵੀ ਆ ਤੇ ਕਾਜੀ ਵੀ ਆ, ਧਾਰਮਿਕ ਜਿਹਨੂੰ ਕਹਿ ਸਕਦੇ ਨਿਆਂਪਾਲਕਾ ਵੀ ਆ ਤੇ ਜਿਹਨੂੰ ਕਹਿੰਦੇ ਵਿਧਾਨ ਪਾਲਕਾ ਵੀ ਆ, ਤੇ ਉਹੀ ਕਾਰਜਪਾਲਕ ਹੈ। ਤਿੰਨੇ ਹਾਜ਼ਰ ਨੇ ਤੇ ਉਹਨਾਂ ਨੇ ਜਿਹੜਾ ਰਾਂਝੇ ਨਾਲ ਕੀਤੀ ਤਾਂ ਉਹ ਆਪਣੇ ਸਾਹਮਣੇ ਆ। ਇੱਥੋਂ ਇੱਕ ਗੱਲ ਇਹ ਜਾਪਦੀ ਆ ਕਿ ਵਾਰਿਸ ਸ਼ਾਹ ਮੀਆਂ ਨੇ ਉਹ ਅਟੱਲ ਸਚਾਈਆਂ ਲਿਖਤੀਆਂ ਕਿ ਜਿਹੜੀਆਂ ਅੱਜ ਤੱਕ ਵੀ ਉਵੇਂ ਚੱਲੀਆਂ ਜਾਂਦੀਆਂ। ਇਹ ਤਾਂ ਹੁੰਦਾ ਕਿ ਕਿਤੇ ਇਹ ਹੁਣ ਨਾ ਹੁੰਦਾ, ਹੁਣ ਰਿਸ਼ਵਤਖੋਰੀ ਨਾ ਹੁੰਦੀ। ਉਦੋਂ ਕਾਜੀ ਤੇ ਪੈਂਚ ਸੀਗੇ, ਅੱਜ ਉਹੀ ਆ ਵੀ ਪਟਵਾਰੀ ਆ, ਤਹਿਸੀਲਦਾਰ ਆ, ਕਾਨੂੰਗੋ ਆ, ਜੱਜ ਨੇ, ਵਕੀਲ ਨੇ, ਤੇ ਅੱਜ ਵੀ ਫਿਰ ਥਾਣੇਦਾਰ ਮੌਕੇ ਸਿਰ ਆ ਕੇ ਕਿਹਨੂੰ ਕਬਜ਼ਾ ਦਵਾ ਜਾਂਦਾ। ਤੇ ਸੱਚਮੁੱਚ ਹੀ ਇਹ ਕਹਾਣੀ ਇਸ ਕਰਕੇ ਬੜੀ ਚਿਰਸਥਾਈ ਆ। ਇਹ ਅਗਲਾ ਬੰਦ ਕਿਹੜਾ ਹੈ ਬਈ? ਇਹ ਅਗਲਾ ਬੰਦ ਆ ਜਿਹੜਾ ਇਹ
ਭਾਬੀਆਂ ਨੇ ਰਾਂਝੇ ਨੂੰ ਭਾਬੀਆਂ ਨੇ ਰਾਂਝੇ ਨੂੰ ਤਾਨੇ ਮਾਰਨੇ। ਵਾਹ 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 ਭਾਬੀਆਂ। ਅੱਛਾ ਹੁਣ ਇਹ ਦੇਖੋ ਕਿ ਭਾਬੀਆਂ ਦਾ ਤੇ ਦਿਓਰ ਦਾ ਪਿਆਰ ਵੀ ਬਹੁਤ ਹੁੰਦਾ, ਤੇ ਭਾਬੀਆਂ ਉਹਨਾਂ ਚਿਰ ਹੀ ਪਿਆਰ ਕਰਦੀਆਂ ਜਿੰਨਾ ਚਿਰ ਉਹ ਕੁਆਰਾ ਹੁੰਦਾ, ਤੇ ਜਦੋਂ ਫਿਰ ਇਹ ਕਿ ਵੀ ਉਹਦਾ ਹੁਣ ਜਾਂ ਵਿਆਹ ਹੋਊਗਾ ਜਾਂ ਹੁਣ ਬਾਪ ਨਹੀਂ ਹੋਇਆ, ਤੇ ਫਿਰ ਉਹ ਕਿਵੇਂ ਉਹਨੂੰ ਛੇੜਦੀਆਂ, ਕਿਵੇਂ ਤੰਗ ਕਰਦੀਆਂ। ਕੀ ਕਹਿੰਦਾ ਵਾਰਿਸ਼ਾ? ਜੱਟ ਜਵਾਰ ਸੀ ਨਾਲ ਦੇਖਣ ਢੀਲਾ ਟੰਗ ਕੇ ਆ ਹਲਵਾਉਣਾ ਏ। ਪਿੰਡਾ ਪਾਲ ਕੇ ਚੋਪੜੇ ਫਟੇ ਜਿਨਾ ਕਿਸੇ ਰੰਨ ਕੀ ਉਹਨਾਂ ਨੂੰ ਚਾਉਣਾ ਏ। ਪੂਰੇ ਪੂਈ ਦੇ ਝਗੜੇ ਕਰੇ ਮੁੰਡਾ, ਕਰੇ ਮੁੰਡਾ, ਕਰੇ ਮੁੰਡਾ। ਇਸ ਤੋੜ ਨਾ ਮੂਲ ਨਿਭਾਉਣਾ ਏ। ਪਿਆ ਵੰਜਲੀ ਵਾਏ ਕੇ ਰਾਗ ਗਾਵੇ ਕਿਸੇ ਰੋਜ਼ ਦਾ ਇਹ ਪਰਾਉਣਾ ਏ। ਕਿਸੇ ਰੋਜ਼ ਦਾ ਇਹ ਪਰਾਉਣਾ ਏ। ਕਿਸੇ ਰੋਜ਼ ਦਾ ਇਹ ਪਰਾਉਣਾ ਏ। ਵਾਹ ਸਿੰਮੂ, ਵਾਹ ਬਹੁਤ ਵਧੀਆ। ਦੇਖੋ ਅਸਲ ਦੇ ਵਿੱਚ ਤਾਂ ਗੱਲ ਇਹ ਹੈ ਕਿ ਜਿਹੜਾ ਨਾ ਰਾਂਝਾ ਕੁਝ ਇਸ ਤਰ੍ਹਾਂ ਦਾ ਨਾਇਕ ਲੱਗਦਾ ਕਿ ਜਿਹੜਾ ਸ਼ੌਕੀਨ, ਜਿਵੇਂ ਅੱਜ ਕੱਲ੍ਹ ਦੇ ਮੁੰਡੇ ਕਈ ਵਾਰੀ ਜੈਲ ਲਾ ਲੈਂਦੇ ਆ, ਕਦੇ ਵਾਲ ਕਿਵੇਂ ਕਟਾ ਲੈਂਦੇ ਆ, ਕਦੇ ਸ਼ੇਵ ਕਰਾ ਲੈਂਦੇ ਆ। ਅਸਲ 'ਚ ਤਾਂ ਮੈਨੂੰ ਤਾਂ ਰਾਂਝਾ ਨਾ ਕਲਾਕਾਰ ਬੰਦਾ ਲੱਗਦਾ ਹੈ। ਉਹ ਅਸਲ 'ਚ ਨਾ ਬੰਸਰੀ ਹੈ ਵੰਜਲੀ ਵਜਾਉਂਦਾ, ਉਹ ਸ਼ੌਕੀਨ ਆ, ਉਹਦੇ ਪਟਿਆਂ ਦਾ ਜ਼ਿਕਰ ਆ, ਉਹਦੇ ਕਹਿ ਸਕਦੇ ਆ ਕਿ ਉਹਦਾ ਕਿਸ ਤਰ੍ਹਾਂ ਦਾ ਮੂੰਹ ਚੋਪੜ ਕੇ ਰੱਖਦਾ ਉਹ ਦੱਸਦੇ ਆ। ਤੇ ਭਾਬੀਆਂ ਨਾਲੇ ਤਾਂ ਉਹ ਕਹਿ ਸਕਦੇ ਆ ਕਿ ਜਿਹੜਾ ਦਿਓਰ ਦੇ ਹੁਸਨ ਦਾ ਆਨੰਦ ਲੈਂਦੀਆਂ ਤੇ ਨਾਲੇ ਉਹਨੂੰ ਛੇੜਦੀਆਂ। ਅਗਲਾ ਬੰਦ ਵਾਰਿਸ਼ਾ ਮੀਆਂ ਕੀ ਕਹਿੰਦਾ ਹੈ? ਰਾਂਝਾ ਜੋ ਤੇਰਾ ਵਾਏ ਕੇ ਥੱਕ ਰਿਹਾ, ਲਾ ਅਰਨੀਆਂ ਛਾਉਂ ਨੂੰ ਆਉਂਦਾ ਈ। ਪੱਤਾ ਆਣ ਕੇ ਪਾਪੀ ਨੇ ਕੋਲ ਤਰਿਆ, ਹਾਲ ਆਪਣਾ ਸੁਣਾਉਂਦਾ ਹਾਲ ਆਪਣਾ ਰੋਏ ਕੇ ਸੁਣਾਉਂਦਾ ਹੈ। ਹੁਣ ਜਿਸ ਦੇ ਹੱਥ ਦੇ ਵਿੱਚ ਬੰਸਰੀ ਆ, ਉਹਦੇ ਹੱਥ ਵਿੱਚ ਹਲਦੀ ਮੁੰਨੀ ਆ ਗਈ। ਹਾਂਜੀ ਹਾਂਜੀ। ਅੱਗੇ ਕਹਿੰਦਾ ਛਾਲੇ ਪਏ ਤੇ ਹੱਥ ਤੇ ਪੈਰ ਫਿਸੇ, ਸਾਨੂੰ ਵਹੀ ਦਾ ਕੰਮ ਨਾ ਪਾਉਂਦਾ ਈ। ਵਰਸ਼ਾ ਜੋ ਲਾਡਲਾ ਬਾਪ ਦਾ ਸੀ, ਅਤੇ ਖਰਾ ਪਿਆਰੜਾ ਮਾਉਂਦਾ ਅਤੇ ਖਰਾ ਪਿਆਰੜਾ ਵੈਸੇ ਮੈਨੂੰ ਲੱਗਦਾ ਸੁਮੇਲ ਅਨੁਸਾਰ ਤਾਂ ਹੁਣ ਜਿਹੜੀਆਂ ਭਾਬੀਆਂ ਸਰਕਾਰ ਹੋਏਗੀ, ਠੀਕ ਹੈ। ਤੁਸੀਂ ਸਾਰੇ ਜਿੰਨੇ ਬੇਰੁਜ਼ਗਾਰ ਬੈਠੇ ਹੋ, ਪੜ੍ਹੇ ਲਿਖੇ ਬੱਚੇ ਹੋ, ਕਲਾਕਾਰ ਵੀ ਹੋ, ਤੇ ਜਿਸ ਕੰਮ ਦੇ ਤੁਸੀਂ ਯੋਗ ਹੋ, ਜਦੋਂ ਉਹ ਕੰਮ ਨਹੀਂ ਬੰਦੇ ਨੂੰ ਮਿਲਦਾ, ਕੋਈ ਹੋਰ ਕੰਮ ਕਰਨਾ ਪੈ ਜਾਂਦਾ ਹੈ। ਕਿ ਇੱਕ ਵਿਆਖਿਆ ਹੈ ਇਹਦੀ। ਕਲਾਕਾਰ ਬੰਦਾ ਕਲਾਕਾਰ ਸੀ ਬੰਦਾ ਤੇ ਉਹ ਕਲਾਕਾਰੀ ਉਹਨੂੰ ਆਉਂਦੀ ਸੀ, ਵੰਜਲੀ ਵਜਾਉਣੀ ਆਉਂਦੀ ਸੀ, ਸਜਣਾ ਧਜਣਾ ਆਉਂਦਾ ਸੀਗਾ। ਪਰ ਜਿਹੜਾ ਵਾਹੀ ਦਾ ਕੰਮ ਆ ਉਹ ਤਾਂ ਬੜਾ ਸਖਤ ਆ, ਤੇ ਹੱਥਾਂ ਤੇ ਛਾਲੇ ਵੀ ਪੈ ਗਏ ਤੇ ਪੈਰਾਂ ਤੇ ਛਾਲੇ ਵੀ ਪੈ ਗਏ, ਤੇ ਫਿਰ ਰੋਂਦਾ ਵੀ ਆ। ਤੇ ਮੈਨੂੰ ਇਹ ਲੱਗਦਾ ਸੰਵੇਦਨਸ਼ੀਲ ਹੈ ਸੰਵੇਦਨਸ਼ੀਲ ਸੰਵੇਦਨਸ਼ੀਲ ਬੰਦਾ ਸੀਗਾ।
ਤੇ ਇੱਕ ਜਿਹੜੀ ਜ਼ਮੀਨ ਆ ਉਹ ਜਦੋਂ ਤੇ ਬੰਜਰ ਆਈ ਵੀ ਆ, ਕੀ ਬਣਦਾ ਕੀ ਉਹਦਾ ਹੋਊਗਾ ਕਿ ਜਿਹੜਾ ਕੰਮ ਇੱਕ ਆਉਂਦਾ ਨਹੀਂ, ਇੱਕ ਭੋਏ ਵੀ ਉਹ ਜੀ ਆ। ਸੱਚਮੁੱਚ ਹੀ ਵਾਰਿਸ ਸ਼ਾਹ ਨੇ ਉਹ ਸੱਚਾਈਆਂ ਲਿਖ ਦਿੱਤੀਆਂ ਇਹਦੇ ਵਿੱਚ ਕਿ ਜਿਹੜੀਆਂ ਲੰਮੇ ਸਮੇਂ ਤੱਕ ਚੱਲਣ ਵਾਲੀਆਂ। ਅੱਜ ਵੀ ਜਿਹੜੇ ਕਲਾਕਾਰਾਂ ਨੂੰ, ਜਿਹੜੇ ਤੇ ਕੁਝ ਕਲਾਕਾਰਾਂ ਦੀ ਗੁੱਡੀ ਚੜ੍ਹ ਜਾਂਦੀ ਆ, ਉਹ ਕਲਾਕਾਰ ਤਾਂ ਕਿਤੇ ਦੀ ਕਿਤੇ ਪਹੁੰਚ ਜਾਂਦੇ ਆ, ਲੱਖਾਂ 'ਚ ਖੇਡਦੇ ਆ, ਕਰੋੜਾਂ 'ਚ ਖੇਡਦੇ ਆ। ਪਰ ਜਿਹੜੇ ਕਲਾਕਾਰ ਸੰਵੇਦਨਸ਼ੀਲ ਹੁੰਦੇ ਆ ਪਰ ਕਦੇ ਉਹਨਾਂ ਨੂੰ ਨਹੀਂ ਚਾਂਸ ਮਿਲਦਾ, ਤਾਂ ਫਿਰ ਜੇ ਉਹਨਾਂ ਨੂੰ ਵਾਹੀ ਵਰਗਾ ਕਹਿ ਲਓ, ਮਜ਼ਦੂਰੀ ਵਰਗਾ ਔਖਾ ਕੰਮ ਕਰਨਾ ਪੈ ਜੇ, ਤੇ ਫਿਰ ਹਾਲਤ ਉਹਨਾਂ ਦੀ ਵੀ ਰਾਂਝੇ ਵਰਗੀ ਹੁੰਦੀ ਆ। ਜੇ ਹੀਰ ਮਿਲ ਜੇ ਤਾਂ ਠੀਕ ਆ, ਜੇ ਹੀਰ ਨਾ ਮਿਲੇ ਤਾਂ ਮਿਲ ਜਾਂਦੀ ਆ ਹੀਰ ਵੀ ਵੈਸੇ ਹੈਂ। ਇਸ ਬੰਦ ਦੇ ਵਿੱਚ ਸ਼ਬਦ ਆਇਆ ਕਿ ਜੋਤਰਾ। ਹਾਂ, ਦੇਖੋ ਵੈਸੇ ਤਾਂ ਜਿਹੜਾ ਜੋਤਰਾ ਹੈਗਾ ਨਾ, ਉਹ ਇਹ ਕਿ ਜਿਹੜੇ ਬਲਦ ਨੂੰ ਜੋਤਣਾ ਹੈ, ਤੇ ਬਲਦਾਂ ਦੇ ਨਾਲ ਖੇਤੀ ਹੁੰਦੀ ਸੀ, ਤੇ ਉਹ ਜੋਤੜਾ ਸਾਰੀ ਦਿਹਾੜੀ ਜਦੋਂ ਜੋਤ ਕੇ ਥੱਕ ਜਾਂਦਾ ਬੰਦਾ, ਤਾਂ ਜੋਤਰਾ ਲਾਉਣਾ ਇਹ ਕਿ ਇੱਕ ਵਾਰ ਬਲਦ ਕਿੰਨਾ ਕੁ ਚਿਰ ਜੁੱਤਿਆ ਰਹਿ ਸਕਦਾ। ਉਹ ਅਰਲੀਆਂ ਲਾਉਣਗੀਆਂ ਜਿਹੜੀਆਂ ਹੁਣ ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਉਹਨਾਂ ਲਈ ਤਾਂ ਅਰਲੀਆਂ ਵੀ ਬੜੀਆਂ ਕਮਾਲ ਆ ਕਿ ਅਰਲੀਆਂ ਕੀ ਆ, ਤੇ ਬਲਦ ਆ ਜਿਹੜੇ ਉਹ ਪੰਜਾਲੀ ਦੇ ਵਿੱਚ ਰੱਖਣ ਲਈ, ਜਿਸ ਪੰਜਾਲੀ ਦੇ ਨਾਲ ਹਲ ਲਾਇਆ ਹੋਇਆ ਹੁੰਦਾ ਸੀਗਾ, ਕਹਿ ਲਓ ਹੁਣ ਅੱਜ ਦੀ ਭਾਸ਼ਾ ਦੇ 'ਚ ਇਹ ਕਹਾਂਗੇ ਕਿ ਬੰਨਿਆ ਹੁੰਦਾ ਸੀਗਾ, ਉਹ ਪਾਸਿਓਂ ਅਰਲੀਆਂ ਲਾ ਦਿੰਦੇ ਸੀਗੇ, ਤਾਂ ਫਿਰ ਬਲਦ ਆ ਜਿਹੜੇ ਉਹ ਉਹਦੇ ਤੋਂ ਆਜ਼ਾਦ ਹੋ ਜਾਂਦੇ ਸੀਗੇ। ਤਾਂ ਉਹ ਅਰਲੀਆਂ ਤੇ ਉਹ ਜੋਤਰਾ ਇਹ ਕਿ ਵੀ ਜੋਤਰੇ ਜਿਵੇਂ ਤੁਹਾਡਾ ਪੀਰੀਅਡ ਹੈ ਕਲਾਸ ਦੇ ਵਿੱਚ ਇੱਕ ਟਾਈਮ ਮਿੱਥਿਆ ਹੁੰਦਾ, ਦੋ ਯਾਨੀ ਕਿ ਆਮ ਕਰਕੇ ਸਵੇਰ 2 ਜੋਤਰੇ ਲੱਗ ਜਾਂਦੇ ਸੀ, ਇੱਕ ਜੋਤਰਾ ਆਮ ਕਰਕੇ ਸ਼ਾਮ ਨੂੰ ਲੱਗ ਜਾਂਦਾ ਸੀ। ਜੋਤਰੇ ਦਾ ਭਾਵ ਇਹ ਕਿ ਇੱਕ ਵਾਰ ਜਦੋਂ ਬਲਦ ਜੋਤ ਲਿਆ ਤੇ ਕਿੰਨੀ ਕੁ ਦੇਰ ਉਹਦੇ ਨਾਲ ਜ਼ਮੀਨ ਵਾਹੀ ਜਾਣੀ ਜੀ। ਅਗਲਾ ਬੰਦ ਕਿਹੜਾ ਹੈ ਬਈ ਵਾਰਿਸ ਸ਼ਾਹ ਨੇ ਲਿਖਿਆ? ਗੁਰਲਾਲ ਗਾਊਗਾ। ਰਾਂਝੇ ਦਾ ਗੁੱਸੇ ਹੋਣਾ ਭਾਬੀਆਂ ਦੇ ਨਾਲ। ਰਾਂਝਾ ਆਖਦਾ ਭਾਬੀਓ ਵੈਰਨੋ ਨੀ, ਤੁਸਾਂ ਭਾਈਆਂ ਦੇ ਨਾਲੋਂ ਵਿਛੋੜਿਆ ਜੇ, ਖੁਸ਼ੀ ਰੂਹ ਨੂੰ ਬਹੁਤ ਦਿਲਗੀਰ ਕਰਕੇ ਤੁਸਾਂ ਫੁੱਲ ਗੁਲਾਬ ਦਾ ਤੋੜਿਆ ਜੇ, ਸਕੇ ਭਾਈਆਂ ਦੇ ਨਾਲੋਂ ਵਿਛੋੜ ਮੈਨੂੰ ਕੰਡਾ ਵਿੱਚ ਕਲੇਜੇ ਦੇ ਪੋੜਿਆ ਜੇ, ਭਾਈ ਜਿਗਰ ਤੇ ਜਾਨ ਸਾਂ ਅਸੀਂ ਇਕੱਠੇ, ਅਸੀਂ ਅੱਠੇ ਵੱਖੋ ਵੱਖ ਨੀ ਚਾਏ ਵਿਛੋੜਿਆ ਜੇ, ਜਦੋਂ ਸਫਾ ਹੋ ਟੁਰਨਗੀਆਂ ਤਰਫ ਜੰਨਤ, ਵਾਰਿਸ ਸ਼ਾਹ ਦੀ ਵਾਗ ਨਾ ਮੋੜਿਆ ਜੇ। ਵਾਹ ਵਾਹ, ਅਸਲ ਗੱਲ ਇਹ ਹੈਗੀ ਆ ਕਿ ਇੱਕ ਗੱਲ ਤਾਂ ਪੱਖੀ ਆ ਕਿ ਜਦੋਂ ਵੀ ਭਾਈਆਂ ਦੇ ਵਿੱਚ ਝਗੜਾ ਪੈਂਦਾ ਤਾਂ ਫਿਰ ਦੋਸ਼ ਤਾਂ ਭਾਬੀਆਂ ਸਿਰ ਹੀ ਆਉਂਦਾ, ਤੇ ਭਾਬੀਆਂ ਦਾ ਤੇ ਜਿਹੜਾ ਭਾਈਆਂ ਦਾ ਆਪਸ ਵਿੱਚ ਜਿਹੜਾ ਪਿਆਰ ਦਿਓਰਾਂ ਦਾ ਤੇ ਜਿਹੜਾ ਉਹਨਾਂ ਦਾ ਝਗੜਾ ਵਾਰਿਸ ਸ਼ਾਹ ਨੇ ਬਹੁਤ ਲੰਮਾ ਚਲਾਇਆ। ਕਰੇ ਆਕੜਾ ਖਾਏ ਕੇ ਦੁੱਧ ਚਾਵਲ, ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ, ਆਖਣ ਦੇਵਰੇ ਨਾਲ ਨਿਹਾਲ ਹੋਈਆਂ, ਸਾਨੂੰ ਸਭ ਸ਼ਰੀਕਣਾ ਹੱਸਦੀਆਂ ਨੇ, ਇਹ ਰਾਂਝੇ ਦੇ ਨਾਲ ਹਨ ਕਿਉਂ ਸ਼ੱਕਰ, ਕਿਉਂ ਸ਼ੱਕਰ, ਕਿਉਂ ਸ਼ੱਕਰ, ਪਰ ਜੀਓ ਦਾ ਭੇਦ ਨਾ ਦੱਸਦੀਆਂ ਨੇ, ਰੰਨਾਂ ਡਿੱਗਦੀਆਂ ਨੇ ਦੇਖ ਸ਼ੈਲ ਮੁੰਡਾ, ਜਿਵੇਂ ਸ਼ੈਲ ਵਿੱਚ ਮੱਖੀਆਂ ਫਸਦੀਆਂ ਨੇ, ਇੱਕ ਤੂੰ ਕਲੰਕ ਹੈ ਅਸਾਂ ਲੱਗਾ, ਹੋਰ ਸਭ ਸੁਖਾਲੀਆਂ ਵਸਦੀਆਂ ਨੇ, ਘਰੋਂ ਨਿਕਲੇ ਤਾਂ ਤੂੰ ਮਰੇ ਭੁੱਖਾ, ਮਰੇ ਭੁੱਖਾ, ਮਰੇ ਭੁੱਖਾ, ਸਭ ਭੁੱਲ ਜਾਣੀਆਂ ਘਰ ਮਸਤੀਆਂ ਨੇ, ਵਾਰਿਸ ਜਿਨ੍ਹਾਂ ਨੂੰ ਆਦਤਾਂ ਭੈੜੀਆਂ ਨੀ, ਸਭ ਖਲਕ ਤਾਂ ਉਹਨਾਂ ਤੋਂ ਨਸਦੀਆਂ ਨੀ, ਸਭ ਖਲਕ ਤਾਂ ਉਹਨਾਂ ਤੋਂ ਨਸਦੀਆਂ ਨੀ। ਉਸਾ ਛਤਰੇ ਮਰਦ ਬੜਾ ਦਿੱਤੇ, ਸਭ ਰਸੀਆਂ ਦੇ ਕਰੋ ਡਾਰੀ ਹੋਣੀ, ਰਾਜੇ ਭੋਜ ਦੇ ਲਗਾਮ ਦੇ ਕੇ, ਛੱਡ ਦੋ
ਕਾਰਨ ਤੁਸਾਂ ਦੇ ਹੀ ਐਸੀ ਆਰਿਓ ਨੀ। ਕਾਰਨ ਤੁਸਾਂ ਦੇ ਹੀ ਹੈ ਸਿਆਰਿਓ ਨੇ। ਵੈਸੇ ਤਾਂ ਜੇ ਦੇਖੀਏ ਜ਼ਮੀਨ ਤੇ ਹੱਕ ਕੇਵਲ ਮਰਦ ਦਾ ਹੁੰਦਾ ਹੈ ਤੇ ਭਾਈਆਂ ਦੇ ਵਿੱਚ ਜ਼ਮੀਨ ਵੰਡੀ ਜਾਂਦੀ ਹੈ। ਜਦੋਂ ਭਾਈਆਂ 'ਚ ਜ਼ਮੀਨ ਵੰਡੀ ਜਾਂਦੀ ਹੈ, ਭਾਬੀਆਂ ਦਾ ਪੇਕਿਆਂ 'ਚ ਕੋਈ ਹੱਕ ਨਹੀਂ ਹੁੰਦਾ। ਹੱਕ ਕੇਵਲ ਉਹਨਾਂ ਦੇ ਜਿੱਥੇ ਪਤੀਆਂ ਦਾ ਏ ਉਹਨਾਂ ਦੇ ਰਹਿਮੋ ਕਰਮ ਤੇ ਹੈ। ਜਦੋਂ ਅਸੀਂ ਇਸ ਟੈਕਸਟ ਨੂੰ ਪੜ੍ਹਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿਸੇ ਵੀ ਰਚਨਾ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਉਸ ਦੇ ਰਚਨਾਕਾਰ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਜਦੋਂ ਕਿਸੇ ਰਚਨਾਕਾਰ ਨੂੰ ਅਸੀਂ ਵਾਚਣਾ ਹੈ ਤਾਂ ਉਸ ਵੇਲੇ ਰਚਨਾ ਨੂੰ ਉਸ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਹੁਣ ਭਾਬੀਆਂ ਦਾ ਮਸਲਾ ਹੈ, ਭਾਬੀ ਇੱਕ ਨਹੀਂ ਹੈ, ਭਾਬੀਆਂ ਸਮੂਹ ਨੇ। ਮੈਨੂੰ ਲੱਗਦਾ ਵਾਰਿਸ ਸ਼ਾਹ ਜਦੋਂ ਸਮੂਹ ਔਰਤ ਨੂੰ ਮੁਖਾਤਬ ਹੁੰਦਾ ਹੈ ਉਸ ਵੇਲੇ ਉਸ ਦੀ ਸਥਿਤੀ ਬਿਆਨਦਾ ਹੈ ਜਾਂ ਕਿਤੇ ਉਸ ਦੀ ਆਪਣੀ ਵਿਚਾਰਧਾਰਾ ਵੀ ਇਸ ਤਰ੍ਹਾਂ ਦੀ ਹੈ ਕਿ ਉਹ ਰਾਂਝੇ ਨੂੰ ਜਿਹੜਾ ਆਪਾਂ ਕਹਿ ਲਈਏ ਭਾਬੀਆਂ ਜ਼ਿਆਦਾ ਨੁਕਸਾਨ ਪਹੁੰਚਾ ਰਹੀਆਂ ਨੇ। ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜਾ ਵਾਰਿਸ ਸ਼ਾਹ ਹੈ ਕਿਤੇ ਨਾ ਕਿਤੇ ਨਹੀਂ ਕਿ ਬਲਕਿ ਵਾਰ-ਵਾਰ ਇਸ ਟੈਕਸਟ ਦੇ ਵਿੱਚ ਉਹ ਔਰਤ ਨੂੰ ਬਲੇਮ ਕਰ ਰਿਹਾ ਹੈ। ਹੁਣ ਲੜਾਈ ਤੇ ਭਾਈਆਂ ਦੇ ਵਿੱਚ ਹੈ ਲੇਕਿਨ ਬਲੇਮ ਕਿਉਂਕਿ ਸਮਾਜ ਦੇ ਵਿੱਚ ਬਲੇਮ ਔਰਤ ਨੂੰ ਹੀ ਕੀਤਾ ਜਾਂਦਾ ਹੈ ਕਿ ਭਾਬੀਆਂ ਨੇ ਲੜਾ ਤੇ ਮਰਿਆ ਪਿਓ ਹੈ। ਜੇ ਭਾਬੀਆਂ ਨਾ ਹੁੰਦੀਆਂ ਫਿਰ ਤੁਹਾਨੂੰ ਲੱਗਦਾ ਕੀ ਭਰਾ ਨਾ ਲੜਦੇ? ਸਾਂਝੀ ਜ਼ਮੀਨ ਤੇ ਭਰਾਵਾਂ ਨੇ ਤਾਂ ਲੜਨਾ ਹੀ ਸੀ। ਪਰ ਜਿਹੜਾ ਦੋਸ਼ ਹੈ ਉਹ ਭਾਈਆਂ ਸਿਰ ਨਹੀਂ। ਅੱਗੇ ਤੁਸੀਂ ਜਦੋਂ ਇਹ ਸਾਰੀ ਟੈਕਸਟ ਪੜ੍ਹੋਗੇ ਉਹਦੇ ਵਿੱਚ ਇਹੀ ਆਏਗਾ ਕਿ ਭਾਈਆਂ ਨਾਲ ਤਾਂ ਸਾਡੀ ਬੜੀ ਅੱਛੀ ਅੰਡਰਸਟੈਂਡਿੰਗ ਸੀ ਲੇਕਿਨ ਜਦੋਂ ਤੁਸੀਂ ਆ ਗਈਆਂ ਤੁਸੀਂ ਹੈ ਸਿਆਰੀਆਂ ਨੇ ਇਹ ਸਾਰਾ ਕੁਝ ਕੀਤਾ। ਇਹ ਥੋੜ੍ਹੀ ਜਿਹੀ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਬਲੇਮ ਗੇਮ ਹੈਗੀ ਆ ਜਿਹੜੀ ਅੱਜ ਵੀ ਖੇਡੀ ਜਾਂਦੀ ਹੈ। ਉਸ ਵੇਲੇ ਜਿਹੜਾ ਵਾਰਿਸ ਸ਼ਾਹ ਹੈ ਉਹ ਵੀ ਅਨਿਆਂ 'ਤੇ ਕਰ ਰਿਹਾ ਹੈ। ਤੁਸੀਂ 36 ਮਰਦ ਬਣਾ ਦਿੱਤੇ, ਲੰਕਾ ਵੀ ਤੁਹਾਡੇ ਕਾਰਨ ਰਾਵਣ ਦੀ ਲੁੱਟੀ ਗਈ। ਔਰਤ ਨਾਲ ਜਿਹੜਾ ਅਨਿਆਂ ਹੋਇਆ ਸਾਡੇ ਸਾਹਮਣੇ ਹੈ ਪਰ ਫਿਰ ਵੀ ਅਸੀਂ ਇਸ ਦਾ ਦੋਸ਼ ਵੀ ਔਰਤ ਸੇ ਮੜਦੇ ਹਾਂ। ਸੋ ਵਾਰਿਸ ਸ਼ਾਹ ਵੀ ਉਸ ਦੋਸ਼ ਦੇ ਵਿੱਚ ਹੀ ਆਉਂਦਾ ਹੈ, ਦੋਸ਼ ਲਾਉਣ ਵਾਲਿਆਂ ਚਲੋ ਅਗਲਾ ਬੰਦ ਕਰੋ। ਭਾਬੀਆਂ ਇਸ ਦਾ ਕੀ ਜਵਾਬ ਦਿੰਦੀਆਂ? ਵਾਰਿਸ ਸ਼ਾਹ ਭਾਬੀਆਂ ਦੇ ਮੂੰਹ 'ਚ ਕੀ ਪਾਉਂਦਾ? ਚੱਲ ਸਿੰਮੂ ਦੇਖਦੇ ਆਪਾਂ। ਭਾਬੀ ਆਖਦੀ ਮੁੰਡਿਆ ਗੁੰਡੇ ਆਵੇ ਅਸਾਂ ਨਾਲ ਕੀ ਰਿਕਤਾ ਚਾਈਆਂ ਨੀ। ਅਲੀ ਜੇੜ ਤੇ ਜਿਨਾਫ ਤੂੰ ਦੇਵਰ ਡੁੱਬ ਮੋਈਆਂ ਉਹ ਪਰ ਜਾਈਆਂ ਨੀ। ਕਰੋ ਕਰੀ ਵਿਚਾਰ ਦੇ ਲੋਕ ਸਾਰੇ ਲੋਕ ਸਾਰੇ ਲੋਕ ਸਾਰੇ ਸਾਨੂੰ ਕਈਆਂ ਪਾਈਆਂ ਨੀ। ਵਾਰਿਸ ਗੱਲ ਨਾ ਬਣੇਗੀ ਨਾਲ ਸਾਡੇ ਕਰਨਾ ਲਿਆ ਸਿਆਲਾਂ ਦੀਆਂ ਜਾਈਆਂ ਨੀ ਕਰਨਾ ਲਿਆ ਸਿਆਲਾਂ ਦੀਆਂ ਜਾਈਆਂ ਨੀ। ਉਹ ਬਈ ਅਸਲ 'ਚ ਤਾਂ ਨਾ ਕਹਾਣੀ ਦੇ ਵਿੱਚ ਵੱਡਾ ਮੋੜ ਹੀ ਇੱਥੇ ਆਉਂਦਾ ਹੈ ਜਿਹਨੂੰ ਕਹਿੰਦੇ ਆ ਨਾ ਕਿ ਉਹਨੂੰ ਇੱਕ ਤਰ੍ਹਾਂ ਦਾ ਮਿਹਣਾ ਦੇਤਾ ਬਈ ਭਾਈ ਜਾ ਫਿਰ ਤੂੰ ਸਿਆਲਾਂ ਦੀ ਜਾਈ ਪਰਨਾ ਲਿਆ। ਇੱਥੋਂ ਇੱਕ ਇਹ ਗੱਲ ਵੀ ਲੱਗਦੀ ਆ ਕਿ ਸ਼ਾਇਦ ਉਸ ਸਮੇਂ ਹੀਰ ਦੇ ਹੁਸਨ ਦੀ ਚਰਚਾ ਹੈ ਜਿਹੜੀ ਉਹ ਆਲੇ ਦੁਆਲੇ ਹੋਣ ਲੱਗ ਪਈ ਹੋਵੇ ਜਾਂ ਸਿਆਲਾਂ ਦੀਆਂ ਕੁੜੀਆਂ ਦੀ ਚਰਚਾ ਆਲੇ ਦੁਆਲੇ ਹੋਣ ਲੱਗ ਪਈ ਹੋਵੇ ਕਿਉਂਕਿ ਜੇ ਭਰਜਾਈਆਂ ਪਹਿਲਾਂ ਹੀ ਕਹਿੰਦੀਆਂ ਕਿ ਜਾ ਫਿਰ ਤੂੰ ਸਿਆਲਾਂ ਦੀ ਵਿਆਹ ਲਿਆ ਜਾਈ ਤਾਂ ਇਹਦਾ ਮਤਲਬ ਇਹ ਕਿ ਉਹਦੇ ਹੁਸਨ ਦੀ ਚਰਚਾ ਜਾਂ ਸਿਆਲਾਂ ਦੀਆਂ ਜਾਈਆਂ ਦੀ ਹੁਸਨ ਦੀ ਚਰਚਾ ਤਾਂ ਹੋਵੇਗੀ ਤੇ ਮਿਹਣਾ ਤਾਂ ਜਿਹਨੂੰ ਕਹਿੰਦੇ ਆ ਨਾ ਬੰਦੇ ਦਾ ਅੰਦਰ ਛੇਕ ਕਰ ਦਿੰਦਾ। ਵੈਸੇ ਇੱਕ ਗੱਲ ਹੋਰ ਵੀ ਹੈ ਇੱਥੇ ਉਹ ਟੈਕਸਟ ਦੇ ਵਿੱਚ ਕਿਤੇ ਕੋਈ ਉਹਦੇ ਰਿਸ਼ਤੇ ਨਾਤੇ ਦੀ ਤਾਂ ਉਹ ਗੱਲ ਵੀ ਨਹੀਂ ਕਰਦੀਆਂ ਕਿ ਅਸੀਂ ਪੇਕਿਆਂ ਤੋਂ ਤੇਰੇ ਲਈ ਕੋਈ ਰਿਸ਼ਤਾ ਲੈ ਕੇ ਆਉਂਦੀਆਂ ਜਿਵੇਂ ਸਾਹਿਬਾਂ ਨੂੰ ਤਾਂ ਨਹੀਂ ਉਹ ਤਾਂ ਮਿਰਜ਼ੇ ਨੂੰ ਤਾਂ ਕਹਿੰਦੇ ਆ ਨਾ ਕਿ ਸਾਹਿਬਾ ਕਿਹੜਾ ਪਦਮਨੀ ਆ ਬਈ ਅਸੀਂ ਮਤਲਬ ਕਿ ਸਾਖ ਕਰਾਉਣੀਆਂ ਵੀ ਇਸ ਦੇ ਵਿੱਚ ਮੈਨੂੰ ਇਉਂ ਲੱਗਦਾ ਥੋੜਾ ਜਿਹਾ ਕਿ ਜਿਹੜਾ ਇਹ ਤਨ ਵੀ ਹੈ ਹੁਣ ਪਹਿਲਾਂ ਰਾਂਝਾ ਜਿਸ ਤਰ੍ਹਾਂ ਉਹਦੇ ਰਿਐਕਸ਼ਨ 'ਚ ਉਪਜਦਾ ਹੈ ਕਿਉਂਕਿ ਰਾਂਝਾ ਜਿਸ ਤਰ੍ਹਾਂ ਉਹਨਾਂ ਤੇ ਇਲਜ਼ਾਮ ਲਾਉਂਦਾ ਏ ਉਹ ਇਲਜ਼ਾਮ ਦੇ ਵਿੱਚੋਂ ਕਹਿੰਦੀਆਂ ਵੀ ਇਹਦਾ ਮਤਲਬ ਸਾਨੂੰ ਤਾਂ ਤੂੰ ਕੁਝ ਨਹੀਂ ਸਮਝਦਾ
ਨਹੀਂ ਪਰ ਉਹ ਸਿਆਲਾਂ ਦੀ ਕਿਉਂ ਕਹਿੰਦੀਆਂ ਸਿਆਲਾਂ ਦਾ ਜੇ ਕਹਿੰਦੀ ਤੇ ਇਹਦਾ ਮਤਲਬ ਸਿਆਲਾਂ ਦੀਆਂ ਕੁੜੀਆਂ ਦੀ ਹੁਸਨ ਹੁਸਨ ਦੀ ਚਰਚਾ ਹੋਏਗੀ। ਪਹਿਲਾਂ ਹੀ ਹੋਵੇਗੀ ਇਹ ਲੱਗਦਾ ਹੈ